ਨੈਕਸਟ ਆਪਣਾ ਟੌਪਿਕ ਹੈ ਅਲਟਰਨੇਟਿਵ ਮਾਰਕੀਟਿੰਗ ਚੈਨਲਸ। ਹੁਣ ਦੇਖੋ, ਜਦੋਂ ਆਪਾਂ ਖੇਤੀਬਾੜੀ ਕਰਦੇ ਹਾਂ ਤਾਂ ਕਿਸਾਨ ਕੋਲ ਹੋਰ ਕਿਹੜੇ ਤਰੀਕੇ ਹੈ। ਚੈਨਲ ਦਾ ਮਤਲਬ ਹੁੰਦਾ ਤਰੀਕੇ ਆਪਣੇ ਸਮਾਨ ਵੇਚਣ ਵਾਸਤੇ। ਹੁਣ ਦੇਖੋ, ਪਹਿਲਾ ਉਹਦੇ ਕੋਲ ਤਰੀਕਾ ਹੈਗਾ ਜੀ ਫਾਰਮਰ ਮਾਰਕੀਟ। ਮਤਲਬ ਕੀ ਹੈ, ਜਿਹੜਾ ਆਪਣਾ ਕਿਸਾਨ ਹੈ ਉਹ ਡਾਇਰੈਕਟ ਜਿਹੜਾ ਕੰਜ਼ਿਊਮਰ ਹੈਗਾ ਉਹਨੂੰ ਆਪਣਾ ਸਮਾਨ ਵੇਚ ਸਕਦਾ। ਮਤਲਬ ਜ਼ਰੂਰੀ ਨਹੀਂ ਹੈਗਾ ਵੀ ਉਹਨੇ ਪਹਿਲਾਂ ਜਿਹੜਾ ਆਪਣਾ ਸਮਾਨ ਹੈ ਗੌਰਮੈਂਟ ਨੂੰ ਵੇਚਣਾ, ਗੌਰਮੈਂਟ ਅੱਗੇ ਜਾ ਕੇ ਵੇਚੂਗੀ। ਠੀਕ ਹੈ, ਕਿਸਾਨ ਕੋਲੇ ਪਾਵਰ ਹੈਗੀ ਹੈ, ਫਾਰਮਰ ਕੋਲ ਪਾਵਰ ਹੈਗੀ ਹੈ, ਉਹ ਕਿਸੇ ਮਿਡਲਮੈਨ ਨੂੰ ਸਮਾਨ ਨਾ ਵੇਚ ਕੇ ਸਿੱਧਾ ਕੰਜ਼ਿਊਮਰ ਨੂੰ ਸਮਾਨ ਵੇਚ ਸਕਦਾ। ਸੋ ਇਹਨਾਂ ਵਾਸਤੇ ਕਿਸਾਨਾਂ ਦੀ ਮੰਡੀਆਂ ਲੱਗਦੀਆਂ। ਠੀਕ ਹੈ, ਤੁਸੀਂ ਲੁਧਿਆਣੇ ਆ ਕੇ ਵੀ ਦੇਖ ਸਕਦੇ ਹੋ, ਜਿੱਥੇ ਕਈ ਕਿਸਾਨ ਹੁੰਦੇ ਆ, ਖੁਦ ਉਹਦੇ ਬਾਗ ਦੇ ਅੰਬ ਹੁੰਦੇ ਆ। ਠੀਕ ਹੈ, ਰੇਹੜੀ ਉੱਪਰ ਉਹ ਆਪੇ ਵੇਚਦੀ ਹੁੰਦੀ ਹੈ, ਜਾਂ ਪਿਆਜ਼ ਹੁੰਦੇ ਆ ਟਰਾਲੀਆਂ ਉੱਪਰ ਤੁਹਾਨੂੰ ਆਮ ਵੇਚਦੇ ਦਿਖ ਜਾਣਗੇ। ਮਤਲਬ ਕਿਸਾਨ ਆਪਣਾ ਸਮਾਨ ਡਾਇਰੈਕਟ ਕੰਜ਼ਿਊਮਰ ਨੂੰ ਵੇਚ ਸਕਦਾ ਹੈ। ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਕਿਸਾਨਾਂ ਦੀ ਮੰਡੀ ਵੀ ਲੱਗਦੀ ਹੈ। ਉਸ ਮੰਡੀ ਦਾ ਨਾਮ ਦਿੱਤਾ ਗਿਆ ਆਪਣੀ ਮੰਡੀ। ਠੀਕ ਹੈ, ਜਿੱਦਾਂ ਆਪਣੇ ਕੋਲ ਹਰਦਾਸਪੁਰ ਮੰਡੀ ਲੱਗਦੀ ਹੈ ਪੂਨੇ ਵਿੱਚ, ਰਿਦਮ ਬਾਜ਼ਾਰ ਲੱਗਦਾ ਹੈ ਜਿੱਥੇ ਆਪਣੀ ਸਿਰਫ ਸਬਜ਼ੀਆਂ ਅਤੇ ਫਰੂਟ ਵਿਕਦੇ ਹੈ ਆਂਧਰਾ ਪ੍ਰਦੇਸ਼ ਦੇ ਅੰਦਰ। ਠੀਕ ਹੈ, ਔਰ ਆਪਣੇ ਕੋਲ ਉਜਵਰ ਸੈਂਡੀਸ ਠੀਕ ਹੈ ਨਾਂ ਦੀ ਮਾਰਕੀਟ ਲੱਗਦੀ ਹੈ ਤਮਿਲਨਾਡੂ ਦੇ ਅੰਦਰ, ਜਿਹਦੇ ਵਿੱਚ ਆਪਣਾ ਕਿਸਾਨ ਹੈ ਉਹ ਡਾਇਰੈਕਟ ਸਿੱਧਾ ਸਮਾਨ ਕੰਜ਼ਿਊਮਰ ਨੂੰ ਵੇਚ ਸਕਦਾ। ਉਹਨੂੰ ਆਪਾਂ ਕਹਿੰਦੇ ਹਾਂ ਜੀ ਫਾਰਮਰ ਮਾਰਕੀਟ। ਦੂਜਾ ਆਪਣੇ ਕੋਲ ਹੁੰਦਾ ਜੀ ਕੰਟਰੈਕਟ ਏਲੀਅੰਸ ਵਿਦ ਦਾ ਨੈਸ਼ਨਲ ਐਂਡ ਦਾ ਮਲਟੀਨੈਸ਼ਨਲ ਕੰਪਨੀਜ਼ ਕੀ ਕਰਦੀਆਂ, ਕਿਸਾਨ ਨਾਲ ਸਿੱਧਾ ਕੰਟਰੈਕਟ ਕਰ ਲੈਂਦੀਆਂ ਵੀ ਸਾਨੂੰ ਤੇਰੇ ਕੋਲ ਆਹ ਫਸਲ ਚਾਹੀਦੀ ਹੈ, ਇੰਨੀ ਕੁਆਂਟੀਟੀ ਦੇ ਵਿੱਚ ਚਾਹੀਦੀ ਹੈ ਅਤੇ ਇੰਨੇ ਟਾਈਮ 'ਤੇ ਚਾਹੀਦੀ ਹੈ। ਅਗਰ ਇਹਨਾਂ ਕੰਪਨੀਆਂ ਨੇ ਕੋਈ ਸਪੈਸ਼ਲ ਬੀਜ ਉੱਪਰ ਫਸਲ ਲੈਣੀ ਹੁੰਦੀ ਹੈ ਤਾਂ ਉਹ ਬੀਜ ਵੀ ਕਹਿੰਦੇ ਕਿਸਾਨ ਨੂੰ ਪ੍ਰੋਵਾਈਡ ਕਰਾਇਆ ਜਾਂਦਾ। ਸੋ ਕਿਸਾਨ ਖੇਤੀਬਾੜੀ ਕਰਦੇ ਆ ਸਿਰਫ ਇਹਨਾਂ ਕੰਪਨੀਆਂ ਵਾਸਤੇ। ਜਿੰਨੀ ਫਸਲ ਹੋ ਜਾਂਦੀ ਹੈ, ਜਿੰਨੀ ਕੁਆਂਟੀਟੀ ਕਹੀ ਹੁੰਦੀ ਹੈ, ਉਹ ਕੁਆਂਟੀਟੀ ਫਿਰ ਸਿੱਧਾ ਇਹਨਾਂ ਕੰਪਨੀਜ਼ ਨੂੰ ਵੇਚ ਦਿੱਤੀ ਜਾਂਦੀ ਹੈ। ਠੀਕ ਹੈ ਨਾ, ਇਹ ਕੰਪਨੀਜ਼ ਨੈਸ਼ਨਲ ਵੀ ਹੁੰਦੀ ਹੈ ਔਰ ਮਲਟੀਨੈਸ਼ਨਲ ਵੀ ਹੁੰਦੀ ਹੈ। ਮਤਲਬ ਕੰਪਨੀ ਸਿੱਧਾ ਆ ਕੇ ਕਿਸਾਨ ਨਾਲ ਕੰਟਰੈਕਟ ਕਰ ਲੈਂਦੀਆਂ ਵੀ ਮੈਨੂੰ ਇੰਨੇ ਮਹੀਨੇ ਬਾਅਦ ਆ ਫਸਲ ਚਾਹੀਦੀ ਹੈ, ਇੰਨੇ ਕੁਆਂਟੀਟੀ ਵਿੱਚ ਚਾਹੀਦੀ ਹੈ। ਸੋ ਜਿਹੜਾ ਕਿਸਾਨ ਉਹ ਡਾਇਰੈਕਟ ਇਹਨਾਂ ਕੰਪਨੀਆਂ ਵਾਸਤੇ ਖੇਤੀਬਾੜੀ ਕਰਦਾ ਅਤੇ ਸਮਾਨ ਸਿੱਧਾ ਇਹਨਾਂ ਕੰਪਨੀਜ਼ ਨੂੰ ਦੇ ਦਿੰਦਾ। ਨੈਕਸਟ ਆਪਣੇ ਕੋਲ ਆ ਗਿਆ ਜੀ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ। ਹੁਣ ਦੇਖੋ, ਡਾਇਵਰਸੀਫਿਕੇਸ਼ਨ ਦਾ ਮਤਲਬ ਕੀ ਹੈਗਾ, ਮਤਲਬ ਚੇਂਜ ਕਰ ਲੈਣਾ ਆਪਣੇ ਆਪ ਨੂੰ। ਜਿਹੜਾ ਖੇਤੀਬਾੜੀ ਕਰਦੇ ਆ, ਖੇਤੀਬਾੜੀ ਨੂੰ ਮਤਲਬ ਤਰੀਕੇ ਬਦਲ ਲੈਣੇ, ਜਾਂ ਖੇਤੀਬਾੜੀ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ। ਸੋ ਇਹਦੇ ਕਾਫੀ ਮਤਲਬ ਡੀਪ ਸਟੱਡੀ ਕਰੋਗੇ ਤਾਂ ਕਾਫੀ ਮੀਨਿੰਗ ਨਿਕਲਦੇ ਆ। ਸੋ ਪਹਿਲਾਂ ਆਪਣੇ ਕੋਲ ਹੈਗਾ ਦੇਅਰ ਇਜ਼ ਅ ਗ੍ਰੇਟਰ ਰਿਸਕ ਇਨ ਡਿਪੈਂਡਿੰਗ ਐਕਸਕਲੂਸਿਵਲੀ ਔਨ ਦੀ ਫਾਰਮਿੰਗ ਫॉर ਲਾਈਵਲੀਹੁੱਡ। ਹੁਣ ਦੇਖੋ, ਅਗਰ ਤੁਸੀਂ ਆਪਣਾ ਗੁਜ਼ਾਰਾ ਸਾਰੀ ਜ਼ਿੰਦਗੀ ਕਿਸਾਨੀ ਉੱਪਰ ਕਰਨਾ ਚਾਹੁੰਦੇ ਹੋਗੇ ਤਾਂ ਬਹੁਤ ਔਖਾ ਕੰਮ ਹੈ। ਨਾਲ ਕੋਈ ਹੋਰ ਕੰਮ ਵੀ ਕਰਨਾ ਪਊਗਾ, ਕਿਉਂਕਿ ਅੱਜ ਕੱਲ੍ਹ ਜਿਹੜੀ ਆਪਣੇ ਕੋਲ ਐਗਰੀਕਲਚਰ ਹੈ ਉਹ ਸਿਰਫ ਲਾਈਵਲੀਹੁੱਡ ਵਾਸਤੇ ਰਹਿ ਗਈ, ਲੇਕਿਨ ਉਹ ਵੀ ਇੰਨਾ ਖੁੱਲ੍ਹਾ ਡੁੱਲਾ ਲਾਈਵਲੀਹੁੱਡ ਨਹੀਂ ਜੀ ਸਕਦੇ। ਜਿਸ ਤਰ੍ਹਾਂ ਅੱਜ ਕੱਲ੍ਹ ਮੀਂਹ ਪੈ ਰਿਹਾ, ਜਿਹਨੇ ਆਪਣੇ ਕੋਲ ਧਾਨ ਦੀ ਫਸਲ ਹੈ ਉਹ ਸਾਰੀ ਗਿੱਲੀ ਹੋ ਚੁੱਕੀ, ਡੁੱਬ ਚੁੱਕੀ, ਖਤਮ ਹੋ ਚੁੱਕੀ ਹੈ। ਠੀਕ ਹੈ ਨਾ, ਕਹਿੰਦਾ ਰਿਸਕ ਹੈ, ਬਹੁਤ ਰਿਸਕ ਹੈ। ਦੂਜਾ ਆਪਣੇ ਕੋਲ ਪੁਆਇੰਟ ਹੈ ਟੂ ਓਵਰਕਮ ਦੀ ਪੋਵਰਟੀ ਐਕਸਪੈਂਸ਼ਨ ਆਫ ਵਰਕ ਏਰੀਆ। ਅਗਰ ਗਰੀਬੀ ਖਤਮ ਕਰਨਾ ਚਾਹੁੰਦੇ ਹੋ ਤਾਂ ਕੰਮ ਦਾ ਏਰੀਆ ਵਧਾਉਣਾ ਪਊਗਾ। ਐਮਪਲੋਇਮੈਂਟ ਉਹ ਜਨਰੇਟ ਕਰਨੀ ਪਊਗੀ ਜਿਹਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਹੋਵੇ। ਗੇਨਫੁਲ ਐਮਪਲੋਇਮੈਂਟ ਇਨ ਨਿਊ ਏਰੀਆਜ਼। ਠੀਕ ਹੈ, ਨਵੇਂ ਏਰੀਏ ਵਿੱਚ ਮਤਲਬ ਨਵੀਂ ਫੀਲਡ ਦੇ ਵਿੱਚ ਆਪਾਂ ਨੂੰ ਉਹ ਐਮਪਲੋਇਮੈਂਟ ਕ੍ਰੀਏਟ ਕਰਨੀ ਪਊਗੀ ਜਿਹਦੇ ਵਿੱਚ ਆਪਾਂ ਨੂੰ ਫਾਇਦਾ ਹੋਵੇ। ਸੋ ਆਪਾਂ ਕੀ ਕਰਦੇ ਹਾਂ, ਡਾਇਵਰਸੀਫਿਕੇਸ਼ਨ ਆਫ ਕ੍ਰੌਪ ਪ੍ਰੋਡਕਸ਼ਨ ਵੀ ਕਰਦੇ ਹਾਂ। ਹੁਣ ਦੇਖੋ, ਡਾਇਵਰਸੀਫਿਕੇਸ਼ਨ ਦਾ ਮਤਲਬ ਕੀ ਹੈ ਵੀ ਸਾਰੇ ਸਾਲ 'ਚ ਇੱਕ ਫਸਲ ਬੀਜਣੀ, ਇਹ ਸਹੀ ਤਰੀਕਾ ਨਹੀਂ ਹੁੰਦਾ। ਠੀਕ ਹੈ, ਕਈ ਕਿਸਾਨ ਦੋ ਫਸਲਾਂ ਵੀ ਲੈ ਲੈਂਦੇ ਆ, ਜਿੱਦਾਂ ਹੁਣ ਚੱਲਦੀ ਪਹਿਲਾਂ ਕਣਕ ਦੀ ਵਾਢੀ ਹੋਈ ਹੈ, ਹੁਣ ਆਪਣੇ ਕੋਲ ਜੀਰੀ ਵਗੈਰਾ ਲੱਗੀ ਹੈ। ਸੋ ਡਾਇਵਰਸੀਫਿਕੇਸ਼ਨ ਮਤਲਬ ਪੂਰੇ ਸਾਲ ਵਿੱਚ ਇੱਕ ਫਸਲ ਨਾ ਲੈ ਕੇ ਮਲਟੀ ਕ੍ਰੌਪ, ਠੀਕ ਹੈ, ਇੱਕ ਤੋਂ ਵੱਧ ਫਸਲਾਂ ਦੀ ਖੇਤੀ ਕਰਨਾ। ਔਰ ਉਸ ਤੋਂ ਬਾਅਦ ਇਹ ਕਹਿੰਦੇ ਕਿਸਾਨ ਨੂੰ ਸਬਸਿਸਟੈਂਸ ਖੇਤੀ 'ਚੋਂ ਨਿਕਲਣਾ ਚਾਹੀਦਾ। ਮਤਲਬ ਗੁਜ਼ਾਰੇ ਜੋਗੀ ਖੇਤੀ ਨਹੀਂ ਕਰਨੀ ਚਾਹੀਦੀ, ਕਮਰਸ਼ੀਅਲਾਈਜੇਸ਼ਨ ਦੇ ਵਿੱਚ ਆਉਣਾ ਚਾਹੀਦਾ। ਮਤਲਬ ਕੁਛ ਬੀਜ ਆਪਣੇ ਕੋਲ ਰੱਖ ਕੇ ਉਸ ਤੋਂ ਬਾਅਦ ਜੋ ਫਸਲ ਹੁੰਦੀ ਉਹ ਸਾਰੀ ਵੇਚਣੀ ਚਾਹੀਦੀ ਹੈ ਤਾਂ ਕਿ ਆਪਣੇ ਕੋਲ ਦੋ ਪੈਸੇ ਆ ਸਕਣ। ਉਸ ਤੋਂ ਬਾਅਦ ਆਪਣੇ ਕੋਲ ਹੈ ਜਿਹੜੀ ਆਪਣੇ ਕੋਲ ਫਸਲ ਹੁੰਦੀ ਹੈ, ਕਹਿੰਦੇ ਅੱਜ ਕੱਲ੍ਹ ਕੀ ਚੱਲਦਾ, ਅੱਜ ਕੱਲ੍ਹ ਤਾਂ ਸਿੱਧੀਆਂ ਕੰਪਨੀਜ਼ ਆ ਕੇ ਕਿਸਾਨ ਨਾਲ ਖੇਤੀਬਾੜੀ ਮਤਲਬ ਕੰਟਰੈਕਟ ਕਰ ਲੈਂਦੀ, ਸਾਨੂੰ ਇਹ ਫਸਲ ਚਾਹੀਦੀ ਹੈ। ਕਹਿੰਦੇ ਕੰਪਨੀ ਦੇ ਬਿਹਾਫ 'ਤੇ ਪ੍ਰੋਡਕਸ਼ਨ ਹੋਣੀ ਚਾਹੀਦੀ, ਜਾਂ ਜਿਸ ਚੀਜ਼ ਦੀ ਡਿਮਾਂਡ ਹੈ ਉਹਦੀ ਆਪਾਂ ਨੂੰ ਪ੍ਰੋਡਕਸ਼ਨ ਜ਼ਿਆਦਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਕਿਸਾਨ ਕੀ ਕਰਦੇ ਆ, ਦੋ ਫਸਲਾਂ ਹੀ ਲੈਣੀ ਹੈ, ਜਿਹੜੀ ਫਸਲ ਦੀ ਡਿਮਾਂਡ ਆ ਉਹ ਖੇਤੀ ਕਰ ਲਓ। ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਕੁਝ ਚੱਲਦੀ, ਸਟ੍ਰੋਬੇਰੀ ਦੀ ਵੀ ਖੇਤੀ ਹੁੰਦੀ ਹੈ। ਠੀਕ ਹੈ ਨਾ, ਆਪਣੇ ਜਿੰਨੇ ਇੱਦਾਂ ਦੇ ਫਰੂਟਸ ਆ ਉਹਨਾਂ ਦੀ ਖੇਤੀ ਕੀਤੀ ਜਾਂਦੀ ਹੈ। ਪਰ ਪੰਜਾਬ ਵਿੱਚ ਜ਼ਿਆਦਾਤਰ ਬੰਦੇ ਇਹਨਾਂ ਫਰੂਟਸ ਵੱਲ ਨਹੀਂ ਜਾਂਦੇ। ਠੀਕ ਹੈ, ਸਿਰਫ 2 ਜਾਂ 3 ਫਸਲਾਂ ਹੀ ਕੱਢਦੇ ਆ। ਸੋ ਕਹਿੰਦੇ ਆਪਾਂ ਨੂੰ ਡਾਇਵਰਸੀਫਾਈ ਹੋਣਾ ਪਊਗਾ। ਸਬਸਿਸਟੈਂਸ ਆਪਣੇ ਕੋਲ ਜੋ ਖੇਤੀਬਾੜੀ ਹੁੰਦੀ ਹੈ, ਐਗਰੀਕਲਚਰ ਹੁੰਦੀ, ਉਹ ਤੋਂ ਬਾਹਰ ਨਿਕਲ ਕੇ ਕਮਰਸ਼ੀਅਲਾਈਜੇਸ਼ਨ ਦੇ ਵਿੱਚ ਆਉਣਾ ਪਊਗਾ। ਜਿਹਦੀ ਡਿਮਾਂਡ ਹੈਗੀ ਹੈ ਸਾਨੂੰ ਉਹ ਚੀਜ਼ ਦੀ ਪ੍ਰੋਡਕਸ਼ਨ ਕਰਨੀ ਪੈਣੀ ਹੈ। ਹੁਣ ਦੇਖੋ, ਜਿਹੜਾ ਆਪਣੇ ਕੋਲ ਲੈਵਲ ਆਫ ਇਨਕਮ ਹੈ,
ठीक है ना। वो एक फसल उपर नहीं हो सकता, रिस्क है। क्यों? क्योंकि ਉਹਦਾ ਰੇਟ ਆ ਫਲਕਚੁਏਟ ਕਰਦਾ, ਕਦੇ ਉਸ ਫਸਲ ਦਾ ਰੇਟ ਜ਼ਿਆਦਾ ਹੋ ਜਾਂਦਾ ਹੈ, ਕਦੇ ਫਸਲ ਦਾ ਰੇਟ ਘੱਟ ਹੋ ਜਾਂਦਾ ਹੈ। ਜੇ ਆਪਾਂ ਉਹਨਾਂ ਫਸਲਾਂ ਦੀ ਖੇਤੀਬਾੜੀ ਕਰੀਏ ਜਿਹਦਾ ਰੇਟ ਹੀ ਬਹੁਤ ਜ਼ਿਆਦਾ ਹੈ, ਠੀਕ ਹੈ ਨਾ। ਸੋ ਆਪਾਂ ਨੂੰ ਇਹ ਕੰਮ ਵੀ ਕਰਨੇ ਚਾਹੀਦੇ ਆ। ਹੁਣ ਦੇਖੋ ਨੈਕਸਟ ਆਪਣੇ ਕੋਲ ਆ ਗਿਆ ਡਾਇਵਰਸੀਫਿਕੇਸ਼ਨ ਆਫ ਦੀ ਪ੍ਰੋਡਕਸ਼ਨ ਐਕਟੀਵਿਟੀ ਐਂਡ ਐਮਪਲੋਇਮੈਂਟ। ਹੁਣ ਦੇਖੋ ਆਪਣੇ ਕੋਲ ਕੀ ਹੈਗਾ, ਇਹਦੇ ਵਿੱਚ ਕੁਝ ਸਬ ਸੈਕਟਰਸ ਆਉਂਦੇ ਆ। ਸਬ ਸੈਕਟਰਸ ਮਤਲਬ ਕਾफ़ी ਇੰਡਸਟਰੀ ਲੱਗੀ ਹੋਈ ਹੈ, ਪਰ ਉਹ ਡਿਪੈਂਡ ਕਿਸ ਉੱਪਰ ਕਰਦੀ ਹੈ, ਐਗਰੀਕਲਚਰ ਦੇ ਉੱਪਰ। ਸੋ ਡਾਇਵਰਸੀਫਿਕੇਸ਼ਨ ਆਫ ਪ੍ਰੋਡਕਸ਼ਨ ਐਕਟੀਵਿਟੀ, ਤਾਂ ਹੀ ਇੰਪਲੋਇਮੈਂਟ ਜਨਰੇਟ ਹੋਊਗੀ। ਹੁਣ ਦੇਖੋ ਆਪਣੇ ਕੋਲ ਫੂਡ ਪ੍ਰੋਸੈਸਿੰਗ ਯੂਨਿਟਸ ਲੱਗੀਆਂ ਹੋਈਆਂ। ਦੇਖੋ ਫੂਡ ਪ੍ਰੋਸੈਸਿੰਗ ਯੂਨਿਟਸ ਕਿਹਦੇ ਉੱਪਰ ਕੰਮ ਕਰਦੀਆਂ, ਜਿਹੜੀ ਆਪਣੇ ਕੋਲ ਪ੍ਰੋਡਕਸ਼ਨ ਹੁੰਦੀ ਹੈ ਫੂਡ ਦੀ। मतलब अगर फूड की प्रोडक्शन होगी तो ही फूड प्रोसैसिंग यूनिट्स उन्होंने उपर चलूगियाँ। दिस इज सब फैक्टर, ठीक है। टूरिज्म है, ਹੁਣ ਦੇਖੋ ਅਸਾਮ ਦੇ ਵਿੱਚ ਆਪਣੇ ਕੋਲ ਚਾਹ ਦੇ ਬਾਗ ਹੈਗੇ ਆ, ਲੋਕ ਉੱਥੇ ਘੁੰਮਣ ਵੀ ਜਾਂਦੇ ਆ, ਠੀਕ ਹੈ ਨਾ। ਇੱਕ ਆਪਣੇ ਕੋਲ ਟੂਰਿਜ਼ਮ ਦਾ ਪੁਆਇੰਟ ਵੀ ਬਣਿਆ ਹੋਇਆ। ਲੈਦਰ ਇੰਡਸਟਰੀ ਹੈਗੀ ਹੈ, ਠੀਕ ਹੈ, ਜਿਹੜੀ ਆਪਣੇ ਕੋਲ ਜ਼ਿਆਦਾਤਰ ਖੇਤੀਬਾੜੀ ਹੈ ਪਛੜੇ ਇਲਾਕਿਆਂ ਵਿੱਚ ਅੱਜ ਵੀ ਉਹ ਡੰਗਰਾਂ ਦੇ ਉੱਪਰ ਡਿਪੈਂਡ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਉਹ ਟਰੈਕਟਰ ਵਗੈਰਾ ਲੈ ਸਕਣ। ਸੋ ਜਿੰਨੀ ਵੀ ਇਹ ਫੈਕਟਰੀਜ਼ ਹੈਗੀਆਂ ਇਹ ਕਿਤੇ ਨਾ ਕਿਤੇ ਐਗਰੀਕਲਚਰ ਦਾ ਹਿੱਸਾ ਹੈਗੇ ਹੈ। ਹੁਣ ਦਿਸ ਇਜ਼ ਅ ਪਾਰਟ ਆਫ ਦੀ ਪ੍ਰੋਡਕਸ਼ਨ ਐਕਟੀਵਿਟੀ। ਕੋਈ ਡਾਇਵਰਸੀਫਾਈ ਕਰ ਲਿਆ, ਇਕੱਲੀ ਖੇਤੀਬਾੜੀ ਨਹੀਂ ਹੋ ਰਹੀ, ਐਗਰੋ ਪ੍ਰੋਸੈਸਿੰਗ ਯੂਨਿਟਸ ਵੀ ਚੱਲਦੇ ਪਈਆਂ, ਉਹਦੇ ਵਿੱਚ ਬੰਦਿਆਂ ਦੀ ਕੰਮ ਕਰਨ ਦੀ ਲੋੜ ਹੈ, ਬੰਦੇ ਵੀ ਕੰਮ ਕਰ ਰਹੇ ਹੈ, ਠੀਕ ਹੈ ਨਾ। ਸੋ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ, ਕਹਿੰਦੇ ਆਪਾਂ ਹੋਰ ਵੀ ਕਾਫੀ ਪ੍ਰੋਡਕਸ਼ਨ ਐਕਟੀਵਿਟੀਜ਼ ਕਰ ਸਕਦੇ ਹਾਂ, ਠੀਕ ਹੈ, ਪਰ ਆਪਾਂ ਨਹੀਂ ਕਰਦੇ ਕਿਉਂਕਿ ਆਪਣੇ ਕੋਲ ਇਨਫਰਾਸਟਰਕਚਰ ਦੀ ਬਹੁਤ ਘਾਟ ਹੈਗੀ ਹੈ। ਅਸੀਂ ਸਿਰਫ ਉਹੀ ਇੰਡਸਟਰੀ ਚਲਾਉਂਦੇ ਹਾਂ ਜਿਹੜੀ ਆਪਣੇ ਲੋਕਲ ਚੱਲਦੀ ਹੁੰਦੀ ਹੈ। ਫੋਰ ਐਗਜ਼ਾਮਪਲ ਆ ਪੋਲਟਰੀ ਫਾਰਮ ਖੋਲ੍ਹੇ ਹੋਏ ਲੋਕਾਂ ਨੇ, ਠੀਕ ਹੈ ਨਾ। ਕਿਉਂ? ਉਹਨਾਂ ਕੋਲ ਜਗ੍ਹਾ ਹੁੰਦੀ ਹੈ, ਠੀਕ ਹੈ, ਪੋਲਟਰੀ ਫਾਰਮ ਖੋਲ੍ਹ ਸਕਦੇ ਆ। ਅਗਰ ਤੁਸੀਂ ਕੋਈ ਹੋਰ ਪ੍ਰੋਡਕਸ਼ਨ ਐਕਟੀਵਿਟੀ ਲਾਣੀ ਚਾਹੋ ਵੀ ਮੈਂ ਨੀਲ ਦੀ ਖੇਤੀ ਕਰਨੀ ਹੈ ਤਾਂ ਮੇਰੇ ਵਾਸਤੇ ਮਸ਼ੀਨਰੀ ਚਾਹੀਦੀ ਹੈ। ਪ੍ਰੋਬਲਮ ਤਾਂ ਇਹ ਇਨਫਰਾਸਟਰਕਚਰ ਨਹੀਂ ਹੈ, ਪੈਸੇ ਦੀ ਘਾਟ ਹੈ, ਤਾਂ ਮਸ਼ੀਨਰੀ ਕਿੱਥੋਂ ਲਾ ਲੈਣਗੇ। ਹਾਂ, ਪੋਲਟਰੀ ਫਾਰਮ ਦਾ ਖੋਲ੍ਹਣ ਵਾਸਤੇ ਕਰਜ਼ਾ ਮਿਲ ਜਾਂਦਾ ਈਜ਼ੀਲੀ, ਤੁਹਾਨੂੰ ਕੰਪਨੀ ਅਵੇਲੇਬਲ ਕਰਵਾ ਦਿੰਦੀਆਂ ਜਿਹਨਾਂ ਨੂੰ ਤੁਸੀਂ ਆਂਡੇ ਵੇਚਣੇ ਆ ਕੱਲ੍ਹ ਨੂੰ। ਸੋ ਕਹਿੰਦੇ ਆਪਣੇ ਕੋਲ ਸਭ ਤੋਂ ਬੜੀ ਪ੍ਰੋਬਲਮ ਇਹ ਆਉਂਦੀ ਹੈ, ਅਸੀਂ ਜ਼ਿਆਦਾ ਡਾਇਵਰਸੀਫਿਕੇਸ਼ਨ ਨਹੀਂ ਕਰ ਸਕਦੇ, ਸਿਰਫ ਉਹੀ ਕਰ ਸਕਦੇ ਜੋ ਲੋਕਲ ਮੰਡੀ ਵਿੱਚ ਆਪਾਂ ਨੂੰ ਅਵੇਲੇਬਲ ਹੁੰਦਾ। ਹੁਣ ਦੇਖੋ ਨੈਕਸਟ ਆਪਣੇ ਕੋਲ ਆ ਗਿਆ ਜੀ ਤਾਮਿਲਨਾਡੂ ਵੂਮਨ ਇਨ ਐਗਰੀਕਲਚਰ। ਹੁਣ ਦੇਖੋ ਤਾਮਿਲਨਾਡੂ ਸਰਕਾਰ ਨੇ ਬਹੁਤ ਵਧੀਆ ਕੰਮ ਚਲਾਇਆ। ਹੁਣ ਦੇਖੋ ਉਹਨੇ ਇੱਕ ਪੁਆਇੰਟ ਖੋਲ੍ਹਿਆ ਜਿਹਨੂੰ ਆਪਾਂ ਟਨਵਾ ਕਹਿੰਦੇ ਹਾਂ, ਤਾਮਿਲਨਾਡੂ ਵੂਮਨ ਇਨ ਐਗਰੀਕਲਚਰ। ਹੁਣ ਦੇਖੋ ਵੂਮਨ ਦਾ ਕੀ ਹੈਗਾ, ਕਹਿੰਦੇ ਮੈਕਸੀਮਮ ਜੋ ਪਿੰਡਾਂ ਵਿੱਚ ਔਰਤਾਂ ਹੁੰਦੀਆਂ ਉਹ ਖੇਤੀਬਾੜੀ ਨਾਲ ਇਹ ਕੰਮ ਕਰ ਸਕਦੀਆਂ, ਉਹਦੇ ਵਿੱਚ ਹੀ ਕੰਮ ਕਰ ਸਕਦੀਆਂ, ਹੋਰ ਤੋਂ ਕੰਮ ਨਹੀਂ ਕਰ ਸਕਦੀਆਂ। ਸੋ ਗੌਰਮੈਂਟ ਨੇ ਚਲਾਤਾ, ਕਹਿੰਦੇ ਵੂਮਨ ਖੇਤੀਬਾੜੀ ਨਾ ਕਰਕੇ ਜੇ ਆਪਾਂ ਇਹਨਾਂ ਨੂੰ ਕਿਸੇ ਹੋਰ ਕੰਮ 'ਚ ਪਾ ਦਿੱਤਾ ਜਾਵੇ ਤਾਂ ਇਹ ਵਧੀਆ ਕੰਮ ਕਰ ਸਕਦੀਆਂ, ਠੀਕ ਹੈ। ਹੈਗਾ ਲਿੰਕ ਐਗਰੀਕਲਚਰ ਨਾਲ ਹੀ ਹੈ, ਪਰ ਕੰਮ ਦੂਜਾ ਹੈ, ਐਨੀਮਲ ਹਸਬੈਂਡਰੀ। ਹੁਣ ਤੁਹਾਨੂੰ ਪਤਾ ਹੋਊਗਾ ਐਨੀਮਲ ਹਸਬੈਂਡਰੀ ਵਿੱਚ ਕੀ ਹੁੰਦਾ, ਅਸੀਂ ਜਾਨਵਰ ਪਾਲ ਲੈਂਦੇ, ਭੇਡਾਂ ਪਾਲ ਲਈਆਂ, ਕੱਲ੍ਹ ਨੂੰ ਉਹਦੀ ਉੱਨ ਵਿਕ ਜੂਗੀ, ਠੀਕ ਹੈ ਨਾ। ਹੁਣ ਤੁਹਾਨੂੰ ਪਤਾ ਹੋਊਗਾ ਪਿੰਡਾਂ ਦੇ ਵਿੱਚ ਐਨੀਮਲ ਹਸਬੈਂਡਰੀ ਬਹੁਤ ਜ਼ਿਆਦਾ ਚੱਲਦੀ ਹੈ। ਕਿਉਂ? ਲੋਕ ਇਕੱਲਾ ਖੇਤੀਬਾੜੀ ਨਹੀਂ ਕਰਦੇ, ਲੋਕਾਂ ਨੇ ਪਸ਼ੂ ਰੱਖੇ ਹੋਏ ਆ, ਮੱਝਾਂ ਰੱਖੀਆਂ ਹੋਈਆਂ, ਗਾਵਾਂ ਰੱਖੀਆਂ ਹੋਈਆਂ, ਦੁੱਧ ਚੋਂਦੇ ਆ, ਠੀਕ ਹੈ, ਫਿਰ ਡੈਰੀ ਵਿੱਚ ਪਾ ਕੇ ਆਉਂਦੇ ਆ, ਉੱਥੋਂ ਸੋਰਸ ਆਫ ਇਨਕਮ ਬਣਦਾ, ਠੀਕ ਹੈ ਨਾ। ਲੋਕਾਂ ਨੇ ਪੋਲਟਰੀ ਫਾਰਮ ਖੋਲ੍ਹੇ ਹੋਏ ਆ, ਖੇਤੀਬਾੜੀ ਵੀ ਚੱਲਦੀ ਹੈ ਨਾਲ ਪੋਲਟਰੀ ਫਾਰਮ ਵੀ ਚੱਲਦੇ ਆ, ਠੀਕ ਹੈ। ਉਹਦੇ ਆਂਡੇ ਹੁੰਦੇ ਆ, ਉਹ ਫਿਰ ਅੱਗੇ ਕੰਪਨੀਜ਼ ਨੂੰ ਵੇਚੇ ਜਾਂਦੇ ਆ। ਮਤਲਬ ਤਾਮਿਲਨਾਡੂ ਗੌਰਮੈਂਟ ਨੇ ਕਰਤਾ ਵੀ ਆਪਾਂ ਜੇ ਜੋ ਇੱਕ ਲੇਡੀ ਕਰ ਸਕਦੀ ਹੈ ਅਸੀਂ ਉਹਨੂੰ ਉਹੀ ਕੰਮ ਵਿੱਚ ਪਾ ਦਿੰਦੇ ਹਾਂ। ਸੋ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਸਪੈਸ਼ਲ ਵੀ ਐਨੀਮਲ ਹਸਬੈਂਡਰੀ ਕਿੱਦਾਂ ਹੋਊਗੀ। ਦੇਖੋ ਲਿੰਕ ਆਪਣਾ ਉਹੀ ਹੈ, ਠੀਕ ਹੈ ਨਾ। ਮਤਲਬ ਘਰ ਵਿੱਚ ਰਹਿ ਕੇ ਕੰਮ ਕੀਤਾ ਜਾ ਸਕਦਾ। ਐਨੀਮਲ ਹਸਬੈਂਡਰੀ ਹੈ, ਹੁਣ ਤੁਸੀਂ ਦੁੱਧ ਚੋਂਦੇ ਹੋ, ਡੰਗਰ ਰੱਖੇ ਹੋਏ ਆ, ਫਿਰ ਡੈਰੀ ਵਿੱਚ ਪਾ ਦਿੰਦੇ ਹੋ, ਹਫ਼ਤੇ ਬਾਅਦ ਤੁਹਾਨੂੰ ਪੈਸੇ ਮਿਲ ਜਾਂਦੇ ਆ, ਠੀਕ ਹੈ ਨਾ। ਪੋਲਟਰੀ ਫਾਰਮ ਹੈ, ਉਹਦਾ ਵੀ ਉਹੀ ਕੰਮ ਚੱਲਦਾ। ਕਈਆਂ ਨੇ ਭੇਡਾਂ ਰੱਖੀਆਂ ਹੋਈਆਂ, ਉਹ ਵੀ ਉਹੀ ਕੰਮ ਚੱਲਦਾ। ਦਿਸ ਇਜ਼ ਕਾਲਡ ਐਨੀਮਲ ਹਸਬੈਂਡਰੀ। ਦੂਜਾ ਆਪਣੇ ਕੋਲ ਹੈਗਾ ਫਿਸ਼ਰੀਜ਼। ਹੁਣ ਦੇਖੋ ਮੱਛੀ ਪਾਲਣ ਸਭ ਤੋਂ ਵੱਧ ਚੱਲਦਾ, ਲੋਕ ਸਭ ਤੋਂ ਵੱਧ ਮੱਛੀ ਖਾਂਦੇ ਆ, ਠੀਕ ਹੈ ਨਾ। ਸੋ ਇਹ ਕੇਰਲਾ ਤਾਮਿਲਨਾਡੂ ਵੱਲ ਚੱਲਦਾ। ਸੋ ਮੱਛੀਆਂ ਫੜੀਆਂ ਜਾਂਦੀਆਂ, ਠੀਕ ਹੈ, ਫਿਰ ਉਹਨਾਂ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਕੁਆਂਟਿਟੀ ਦੇ ਹਿਸਾਬ ਨਾਲ ਪੈਕਿੰਗ ਵਗੈਰਾ ਕੀਤੀ ਜਾਂਦੀ ਹੈ, ਫਿਰ ਅੱਗੇ ਉਹ ਟਰਾਂਸਫਰ ਕੀਤਾ ਜਾਂਦਾ। ਹੁਣ ਦੇਖੋ ਕਹਿੰਦੇ 36% GDP ਦਾ ਹਿੱਸਾ ਆਪਣੀ ਮੱਛੀ ਪਾਲਣ ਤੋਂ ਆਉਂਦਾ, ਠੀਕ ਹੈ। ਮੱਛੀਆਂ ਵੇਚੀਆਂ ਜਾਂਦੀਆਂ, ਸੋ ਸਭ ਤੋਂ ਵੱਧ ਫਾਇਦਾ ਇਹਦੇ ਵਿੱਚ ਹੁੰਦਾ। ਸੋ ਲਾਰਜ ਸ਼ੇਅਰ ਆਫ ਫਿਸ਼ ਵਰਕਰਸ ਫੈਮਲੀਜ਼ ਆਰ ਪੂਅਰ, ਸੋ ਇੰਕਰੀਜ਼ ਅਨਐਮਪਲੋਇਮੈਂਟ, ਲੋ ਲੈਵਲ ਕੈਪੀਟਲ ਇਨਕਮ, ਮੋਬਾਈਲਾਈਜੇਸ਼ਨ ਆਫ ਲੇਬਰ। ਹੁਣ ਦੇਖੋ ਸਭ ਤੋਂ ਬੜੀ ਗੱਲ ਇਹ ਹੈ, ਕਹਿੰਦੇ ਜਿਹੜੇ ਆਪਣੇ ਕੋਲ ਲਾਰਜ ਸਕੇਲ ਆਫ ਫਿਸ਼ ਵਰਕਰ ਫੈਮਲੀਜ਼ ਉਹ ਕਾਫੀ ਗਰੀਬ ਹੈਗੇ ਆ, ਪਰ ਕੈਪੀਟਲ ਇਨਕਮ ਬਹੁਤ ਘੱਟ ਹੈ। ਮੱਛੀ ਕਿੰਨੀ ਕੁ ਮਹਿੰਗੀ ਵਿਕ ਜੂਗੀ। ਲੇਬਰ ਦੀ ਗੱਲ ਕਰਦੇ ਕੰਪਨੀਜ਼ ਵਾਲੇ, ਉਹ ਤਾਂ ਬਹੁਤ ਅਮੀਰ ਹੈ, ਜੇ ਲੇਬਰ ਰੱਖੀ ਉਹਨਾਂ ਦੀ ਗੱਲ ਹੈ ਅੱਗੇ, ਠੀਕ ਹੈ ਨਾ। ਸੋ ਸਭ ਤੋਂ ਬੜੀ ਪ੍ਰੋਬਲਮ ਹੈਗੀ ਇਹ ਆ ਰਹੀ ਹੈ। ਸੋ ਕਹਿ ਰਹੇ ਇਕੱਲਾ ਮੱਛੀ ਪਾਲਣ ਉੱਪਰ ਡਿਪੈਂਡ ਨਾ ਰਹੋ, ਐਨੀਮਲ ਹਸਬੈਂਡਰੀ ਹੈਗਾ, ਹੋਰਟੀਕਲਚਰ ਵੀ ਕਰ ਸਕਦੇ ਹੋ। ਹੁਣ ਦੇਖੋ ਹੋਰਟੀਕਲਚਰ ਕੀ ਹੁੰਦਾ,
ਤੁਸੀਂ ਫਰੂਟਸ ਬੀਜਦੇ ਹੋ, ਤੁਸੀਂ ਸਬਜ਼ੀਆਂ ਬੀਜਦੇ ਹੋ, ਠੀਕ ਹੈ ਨਾ, ਜਿਹੜੇ ਅੱਗੇ ਲੋਕਾਂ ਨੂੰ ਖਾਣ ਨੂੰ ਮਿਲਦੀਆਂ। ਸੋ ਫਰੂਟਸ ਹੋ ਗਏ, ਕਿਸ਼ਮਿਸ਼ ਹੋ ਗਈ, ਨਟਸ ਹੋ ਗਏ, ਬਦਾਮ ਹੋ ਗਏ, ਉਹਨਾਂ ਦੀ ਖੇਤੀਬਾੜੀ ਕੀਤੀ ਜਾਂਦੀ ਹੈ। ਹੁਣ ਦੇਖੋ ਕਾਫੀ ਕੋਸਟਲੀ ਵਿਕਦੀਆਂ ਅਤੇ ਅੱਗੇ ਫਾਇਦਾ ਵੀ ਹੁੰਦਾ। ਕਹਿੰਦੇ ਕਿਸਾਨ ਨੇ ਕਹਿੰਦੇ ਕੋਈ ਇੱਦਾਂ ਦੀ ਫਲਾਰ ਦੀ ਖੇਤੀ ਕਰੋ, ਠੀਕ ਹੈ, ਜਿਹੜਾ ਅੱਗੇ ਵਿਕੇ। ਗੁਲਾਬ ਦੀ ਖੇਤੀ ਹੁੰਦੀ ਹੈ, ਬਹੁਤ ਮਹਿੰਗੀ ਹੁੰਦੀ ਹੈ, ਠੀਕ ਹੈ ਨਾ। ਸੋ ਗੁਲਾਬ ਅੱਗੇ ਬਹੁਤ ਮਹਿੰਗਾ ਵਿਕਦਾ ਹੈ, ਠੀਕ ਹੈ। ਉਹਨਾਂ ਉੱਪਰ ਕਾਫੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ, ਮਤਲਬ ਪੂਰਾ ਇੱਕ ਸਿਸਟਮ ਬਣਿਆ ਹੋਇਆ। ਸੋ ਕਹਿੰਦੇ ਹੌਰਟੀਕਲਚਰ ਨੂੰ ਵੀ ਉਹ ਅੱਗੇ ਬੜਾਵਾ ਦੇ ਰਹੀ ਹੈ ਵੀ ਇਕੱਲਾ ਤੁਸੀਂ 2 ਫਸਲਾਂ ਉੱਪਰ ਡਿਪੈਂਡ ਨਾ ਰਹੋ। ਐਨੀਮਲ ਹਸਬੈਂਡਰੀ ਹੈਗਾ, ਫਿਸ਼ਰੀ ਹੈ, ਹੌਰਟੀਕਲਚਰ ਹੈਗਾ। ਸੋ ਤੁਸੀਂ ਉਹਨਾਂ ਉੱਪਰ ਕਾਫੀ ਵੱਧ ਤੋਂ ਵੱਧ ਪ੍ਰੋਫਿਟ ਕਮਾ ਸਕਦੇ ਹੋ। ਉਸ ਤੋਂ ਬਾਅਦ ਅਦਰ ਅਲਟਰਨੇਟਿਵ ਦੇਖੋ, ਹੋਰ ਅਲਟਰਨੇਟਿਵ ਵੀ ਹੈ। ਹੁਣ ਅੱਜ ਕੱਲ੍ਹ ਇੰਡੀਆ ਵਿੱਚ ਕੀ ਹੈਗਾ, IT ਫੈਕਟਰੀ, IT ਮਤਲਬ ਇੰਡਸਟਰੀ ਆ ਚੁੱਕੀ ਹੈਗੀ ਹੈ। ਪੜ੍ਹੇ ਲਿਖੇ ਬੰਦੇ ਉੱਥੇ ਕੰਮ ਕਰਦੇ ਹੈਗੇ ਆ ਅਤੇ ਇੱਕ ਤਰ੍ਹਾਂ ਦਾ IT ਸੈਕਟਰ ਪੂਰਾ ਡਿਵੈਲਪ ਹੋ ਚੁੱਕਿਆ। ਲੋਕਾਂ ਨੂੰ ਉੱਥੋਂ ਸੈਲਰੀ ਮਿਲਦੀ, ਉੱਥੇ ਕੰਮ ਕਰਦੇ ਆ। ਖੇਤੀਬਾੜੀ ਪਿੱਛੇ ਕਰਦੇ ਅੱਗੇ ਮੁੰਡੇ ਉਹਨਾਂ ਦੇ ਕੀ ਹੈ, IT ਸੈਕਟਰ ਵਿੱਚ ਲੱਗੇ ਹੋਏ ਆ, ਉੱਥੇ ਕੰਮ ਚੱਲਦਾ ਪਿਆ ਉਹਨਾਂ ਦਾ। ਹੁਣ ਦੇਖੋ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਰੂਰਲ ਏਰੀਆ ਵਿੱਚ ਗੌਰਮੈਂਟ ਕੀ ਕਰਦੀ ਹੈ, IT ਸੈਕਟਰ ਲਗਾ ਦਿੰਦੀ ਹੈ, ਕਿਉਂਕਿ ਉੱਥੇ ਸਭ ਕੁਛ ਸਸਤਾ ਮਿਲਦਾ ਹੈ, ਠੀਕ ਹੈ ਨਾ। ਔਰ ਉੱਥੇ ਦੇ ਬੰਦੇ ਹੈ, ਕਈ ਪੜ੍ਹੇ ਲਿਖੇ, ਉਹਨੂੰ ਰੁਜ਼ਗਾਰ ਵੀ ਮਿਲ ਜਾਂਦਾ, ਲੇਬਰ ਵੀ ਉੱਥੋਂ ਇਜ਼ੀਲੀ ਮਿਲ ਜਾਂਦੀ ਹੈ। ਸੋ ਬੈਕਵਰਡ ਇਲਾਕਾ ਵੀ ਇੱਕ ਤਰ੍ਹਾਂ ਡਿਵੈਲਪ ਹੋ ਜਾਂਦਾ, ਕਿਉਂਕਿ ਉਹਨੂੰ IT ਨੌਲੇਜ ਆਉਣੀ ਸਟਾਰਟ ਹੋ ਜਾਂਦੀ ਹੈ ਵੀ ਇਨਫੋਰਮੇਸ਼ਨ ਟੈਕਨੋਲੋਜੀ ਹੈ ਕੀ ਹੈ। ਸੋ ਇਹ ਤਾਮਿਲਨਾਡੂ ਗੌਰਮੈਂਟ ਨੇ ਕੀਤਾ, ਠੀਕ ਹੈ ਨਾ, ਵੂਮੈਨ ਦੇ ਵਾਸਤੇ। ਸੋ ਹੌਲੀ ਹੌਲੀ ਕਹਿ ਰਹੀ ਹੈ ਵੀ ਪੂਰੀ ਇੰਡੀਆ ਵਿੱਚ ਵੀ ਡਿਵੈਲਪ ਕਰਾਂਗੇ, ਮਤਲਬ ਔਰਤਾਂ ਨੂੰ ਦੱਸਾਂਗੇ ਵੀ ਆਹ ਵੀ ਫੈਕਟਰਸ ਹੈਗੇ, ਤੁਸੀਂ ਆਪਣੇ ਹਸਬੈਂਡ ਦੇ ਨਾਲ ਚੱਲ ਕੇ ਪੈਸਾ ਕਮਾ ਸਕਦੇ ਹੋ, ਠੀਕ ਹੈ। ਸੋ ਦੀਜ਼ ਆਰ ਦੀ ਮਾਰਕੀਟਿੰਗ ਸਿਸਟਮਸ। ਸੋ ਇਹ ਮਾਰਕੀਟਿੰਗ ਸਿਸਟਮਸ ਹੈਗੇ ਜੋ ਅੱਜ ਕੱਲ੍ਹ ਚੱਲਦੇ ਪਏ।